ਸਤਿ ਸ਼੍ਰੀ ਅਕਾਲ ਦੋਸਤੋ। ਵਾਨਿਆ ਐਜੂਕੇਸ਼ਨ ਸਰਵਿਸਿਜ਼ ਤੇ ਤੁਹਾਡਾ ਸਵਾਗਤ ਕੀਤਾ ਜਾਂਦਾ ਹੈ। ਇਹ ਵੀਡੀਓ ਕਾਂਸਟੇਬਲ ਵਾਸਤੇ ਜਿਹੜਾ ਪੰਜਾਬ ਪੁਲਿਸ ਦਾ ਕਾਂਸਟੇਬਲ ਦਾ ਪੇਪਰ ਆ ਉਹਦੇ ਵਾਸਤੇ ਬਹੁਤ ਰੈਲੇਵੈਂਟ ਆ, ਬਹੁਤ ਵਧੀਆ ਕੁਐਸਚਨ ਨੇ। ਹੁਣ ਆਪਾਂ ਸ਼ੁਰੂ ਕਰਦੇ ਹਾਂ। ਇਹ ਕੁਝ ਕੁ ਪ੍ਰੀਵੀਅਸ ਕੁਐਸਚਨ ਲੈ ਕੇ ਆਏ ਤੁਹਾਡੇ ਵਾਸਤੇ। ਜਿਵੇਂ ਕਿ ਪਹਿਲਾ ਕੁਐਸਚਨ ਆ ਤੁਹਾਡੀ ਸਕਰੀਨ ਤੇ, ਕਿਸੇ ਵੀ ਦੇਸ਼ ਦੀ ਸਰਕਾਰ ਦੇ ਸੰਚਾਲਨ ਲਈ ਕੁਝ ਨਿਯਮ ਬਣਾਏ ਜਾਂਦੇ ਹਨ। ਮੀਨਸ ਕੀ ਕਹਿੰਦਾ ਵੀ ਕਿਸੇ ਵੀ ਸਰਕਾਰ ਨੂੰ ਚਲਾਉਣਾ ਆਪਾਂ ਉਹਦੇ ਵਾਸਤੇ ਕੋਈ ਕਾਨੂੰਨ ਹੁੰਦਾ ਜਾਂ ਫਿਰ ਉਹਦੇ ਵਾਸਤੇ ਨਿਯਮ ਹੁੰਦੇ ਨੇ, ਉਹਨਾਂ ਨੂੰ ਕੀ ਬੋਲਦੇ ਆ ਆਪਾਂ? ਸੰਵਿਧਾਨ ਬੋਲਦੇ ਆ। ਕੀ ਬੋਲਦੇ ਆ ਜੀ? ਸੰਵਿਧਾਨ ਬੋਲਦੇ ਆ। ਇਹ ਡਾਇਰੈਕਟ ਕੁਐਸਚਨ ਹੀ ਕਰਾਂਗੇ ਆਪਾਂ। ਇਹਦਾ ਉੱਤਰ ਹੈਗਾ ਪਹਿਲੇ ਦਾ ਡੀ। ਉਸ ਤੋਂ ਬਾਅਦ ਭਾਰਤੀ ਸੰਵਿਧਾਨ ਨੂੰ ਬਣਨ ਵਿੱਚ ਕਿੰਨਾ ਸਮਾਂ ਲੱਗਿਆ? ਭਾਰਤੀ ਸੰਵਿਧਾਨ ਨੂੰ ਬਣਨ ਲਈ 2 ਸਾਲ 11 ਮਹੀਨੇ 18 ਦਿਨ ਲੱਗੇ। ਭਾਰਤੀ ਸੰਵਿਧਾਨ ਬਣਨ ਨੂੰ 2 ਸਾਲ 11 ਮਹੀਨੇ 18 ਦਿਨ ਲੱਗੇ। ਉਸ ਤੋਂ ਬਾਅਦ ਤੀਸਰਾ ਕੁਐਸਚਨ ਹੈ, ਭਾਰਤੀ ਸੰਵਿਧਾਨ ਵਿੱਚ 395 ਅਨੁਛੇਦ ਹਨ ਤੇ ਸੂਚੀਆਂ ਕਿੰਨੀਆਂ ਹਨ? ਅਨੁਛੇਦ ਨੂੰ ਆਪਾਂ ਇੰਗਲਿਸ਼ ਭਾਸ਼ਾ ਦੇ ਵਿੱਚ ਆਰਟੀਕਲ ਬੋਲ ਦਿੰਦੇ ਹਾਂ, ਸੂਚੀਆਂ ਨੂੰ ਬੋਲ ਦਿੰਦੇ ਹਾਂ ਆਪਾਂ ਸ਼ਡਿਊਲ। ਇਹ ਕਿੰਨੀਆਂ ਨੇ? 12। ਜਦੋਂ ਸਾਡਾ ਸੰਵਿਧਾਨ ਬਣਿਆ ਸੀ ਉਦੋਂ ਸਾਡੀਆਂ ਸੂਚੀਆਂ ਕਿੰਨੀਆਂ ਸੀ? 8। ਪਰ ਪ੍ਰੈਜ਼ੈਂਟ ਸਮੇਂ ਆਪਣੇ ਕਿੰਨੀਆਂ ਨੇ? 12। ਤੋਂ ਬਾਅਦ ਅੱਗੇ ਕੁਐਸਚਨ ਆ, ਭਾਰਤੀ ਸੰਵਿਧਾਨ ਪਾਸ ਕਦੋਂ ਹੋਇਆ? ਇਹ ਦੋ ਕੁਐਸਚਨ ਕਨਫਿਊਜ਼ਨ ਵਾਲੇ ਹੁੰਦੇ ਨੇ, ਧਿਆਨ ਰੱਖਣਾ। ਇੱਕ ਪਾਸ ਕਦੋਂ ਹੋਇਆ, ਇੱਕ ਲਾਗੂ ਕਦੋਂ ਹੋਇਆ। ਜੇ ਪਾਸ ਦਾ ਪੁੱਛਣਗੇ ਫਿਰ ਆਊਗਾ 26 ਨਵੰਬਰ 1949। ਪਰੰਤੂ ਜੇ ਪੁੱਛਣਗੇ ਲਾਗੂ ਕਦੋਂ ਕੀਤਾ ਗਿਆ, ਉਹ ਕੀਤਾ ਗਿਆ 26 ਜਨਵਰੀ 1950। ਉਸ ਤੋਂ ਬਾਅਦ ਭਾਰਤੀ ਸੰਵਿਧਾਨ ਕਿਹੜੀ ਤਰੀਕ ਨੂੰ ਲਾਗੂ ਹੋਇਆ? ਇਸੇ ਦਿਨ 1929 ਈਸਵੀ ਨੂੰ ਕਾਂਗਰਸ ਨੇ ਆਪਣੇ ਲਾਹੌਰ ਸੈਸ਼ਨ ਵਿੱਚ ਪੂਰਨ ਸਵਰਾਜ ਦਾ ਮਤਾ ਪਾਸ ਕੀਤਾ ਸੀਗਾ। ਇਹ ਲਾਗੂ ਤਾਂ ਕੀਤਾ ਗਿਆ ਸੀਗਾ, ਇੱਕ ਲਾਹੌਰ ਸੈਸ਼ਨ ਹੋਇਆ ਸੀ 1929 ਦੇ ਵਿੱਚ, ਜਿਹੜਾ ਕਿ ਸੰਬੋਧਨ ਕੀਤਾ ਸੀ ਜਵਾਹਰ ਲਾਲ ਨਹਿਰੂ ਨੇ। ਇਹਦੇ ਵਿੱਚ ਮੰਗ ਕੀਤੀ ਗਈ ਸੀ ਪੂਰਨ ਸਵਰਾਜ ਦੀ। ਪੂਰਨ ਸਵਰਾਜ ਦਾ ਮਤਲਬ ਹੈ ਪੂਰਨ ਤੌਰ ਤੇ ਆਜ਼ਾਦ। ਇਸੇ ਸੈਸ਼ਨ ਵਿੱਚ ਹੀ ਫੈਸਲਾ ਲਿਆ ਗਿਆ ਸੀਗਾ ਆਪਾਂ 26 ਜਨਵਰੀ 1930 ਨੂੰ ਆਪਣਾ ਪਹਿਲਾ ਆਜ਼ਾਦੀ ਦਿਵਸ ਮਨਾਵਾਂਗੇ। 26 ਜਨਵਰੀ 1930 ਨੂੰ ਪਹਿਲਾ ਆਜ਼ਾਦੀ ਦਿਵਸ ਮਨਾ ਲਿਆ ਗਿਆ, ਪਰੰਤੂ ਲਾਗੂ ਕਦੋਂ ਕੀਤਾ ਗਿਆ ਸੰਵਿਧਾਨ ਸਾਡਾ? 26 ਜਨਵਰੀ 1950। ਨੈਕਸਟ ਕੁਐਸਚਨ ਵੱਲ ਚੱਲਦੇ ਹਾਂ। ਭਾਰਤ ਦੇ ਸੰਵਿਧਾਨ ਵਿੱਚ ਨਾਗਰਿਕਾਂ ਦੇ ਕਰਤੱਵ, ਜਿਨ੍ਹਾਂ ਨੂੰ ਕਿ ਆਪਾਂ ਮੌਲਿਕ ਕਰਤੱਵ ਬੋਲਦੇ ਹਾਂ, ਇਹ ਸੋਧ ਕੀਤੀ ਗਈ ਸੀ ਤੁਹਾਡੀ 1976 ਦੇ ਵਿੱਚ। ਕਦੋਂ ਕੀਤੀ ਗਈ ਸੀ? 1976 ਦੇ ਵਿੱਚ। ਇਹ ਕਿਹੜੀ ਸੋਧ ਸੀਗੀ? 42 ਅਮੈਂਡਮੈਂਟ। 42 ਅਮੈਂਡਮੈਂਟ ਦੇ ਨਾਲ ਆਪਾਂ ਸਾਡੇ ਸੰਵਿਧਾਨ ਦੇ ਵਿੱਚ ਫੰਡਾਮੈਂਟਲ ਡਿਊਟੀਜ਼, ਜਿਨ੍ਹਾਂ ਨੂੰ ਬੋਲਦੇ ਨੇ ਜਾਂ ਮੌਲਿਕ ਕਰਤੱਵ, ਠੀਕ ਹੈ ਜੀ, ਐਡ ਕੀਤੇ। ਇਹ ਅਮੈਂਡਮੈਂਟ ਨੂੰ ਜਾਂ ਇਹਨੂੰ ਸੋਧ ਨੂੰ ਅਸੀਂ ਮਿੰਨੀ ਸੰਵਿਧਾਨ ਵੀ ਕਹਿੰਦੇ ਹਾਂ। 42 ਇਹ ਕਦੋਂ ਹੋਈ ਸੀਗੀ? 1976 ਦੇ ਵਿੱਚ। ਭਾਰਤ ਸੰਵਿਧਾਨ ਆਪਣੇ ਨਾਗਰਿਕਾਂ ਨੂੰ ਕਿੰਨੇ ਮੌਲਿਕ ਅਧਿਕਾਰ ਦਿੰਦਾ ਹੈ? ਕਿੰਨੇ ਮੌਲਿਕ ਅਧਿਕਾਰ ਨੇ ਸੰਵਿਧਾਨ ਦੇ ਵਿੱਚ? 6। ਪਰੰਤੂ ਜਦੋਂ ਸੰਵਿਧਾਨ ਬਣਿਆ ਸੀ ਉਦੋਂ ਸਾਡੇ 7 ਫੰਡਾਮੈਂਟਲ ਰਾਈਟਸ, ਇਹਨਾਂ ਨੂੰ ਮੌਲਿਕ ਅਧਿਕਾਰਾਂ ਨੂੰ ਅੰਗਰੇਜ਼ੀ ਭਾਸ਼ਾ ਦੇ ਵਿੱਚ ਫੰਡਾਮੈਂਟਲ ਰਾਈਟਸ ਬੋਲ ਦਿੰਦੇ ਆ। ਹੁਣ ਕਿੰਨੇ ਨੇ? 6 ਨੇ। ਇੱਕ ਡਿਲੀਟ ਕਰਤਾ ਸੀ, ਰਾਈਟ ਟੂ ਪ੍ਰੋਪਰਟੀ, ਸੰਪत्ति ਦਾ ਅਧਿਕਾਰ। ਉਹ ਕਿਹੜੀ ਅਮੈਂਡਮੈਂਟ ਨਾਲ? 44th ਅਮੈਂਡਮੈਂਟ। ਇਹ ਕਦੋਂ ਹੋਈ ਸੀ? 1978 ਦੇ ਵਿੱਚ। 1978 ਨੂੰ ਹੋਈ ਸੀ। ਉਸ ਤੋਂ ਬਾਅਦ ਅੱਗੇ ਭਾਰਤ ਦਾ ਆਪਣਾ ਕੀ ਕੋਈ ਨਹੀਂ ਹੈ? ਵੀ ਭਾਰਤ ਦਾ ਆਪਣਾ ਕੀ ਨਹੀਂ ਹੈ? ਭਾਰਤ ਦਾ ਆਪਣਾ ਕੀ ਨਹੀਂ ਹੈ? ਦੇਸ਼ ਦਾ ਕੋਈ ਧਰਮ, ਕੋਈ ਪਾਰਟੀਕੂਲਰ ਧਰਮ ਨਹੀਂ ਹੈਗਾ, ਕੋਈ ਖਾਸ ਧਰਮ ਨਹੀਂ ਹੈਗਾ, ਕਿਉਂਕਿ ਸਾਡਾ ਸੰਵਿਧਾਨ ਆ, ਇਹਦੇ ਅੱਗੇ ਇੱਕ ਪ੍ਰਸਤਾਵਨਾ, ਜਿਹਨੂੰ ਅਸੀਂ ਪ੍ਰੈਂਬਲ ਕਹਿ ਦਿੰਦੇ ਹਾਂ, ਇਹਦੇ ਵਿੱਚ ਦਿੱਤਾ ਗਿਆ ਹੈ ਵੀ ਇੰਡੀਆ ਕੀ ਇੱਕ ਧਰਮ ਨਿਰਪੱਖ ਦੇਸ਼ ਹੈ। ਭਾਰਤ ਕੀ ਆਪਣਾ ਧਰਮ ਨਿਰਪੱਖ ਦੇਸ਼ ਹੈ। ਉਸ ਤੋਂ ਬਾਅਦ ਸੁਤੰਤਰਤਾ ਦੇ ਅਧਿਕਾਰ ਵਿੱਚ ਭਾਰਤ ਨੇ ਆਪਣੇ ਨਾਗਰਿਕਾਂ ਨੂੰ ਕਿੰਨੀਆਂ ਸੁਤੰਤਰਤਾਵਾਂ ਪ੍ਰਦਾਨ ਕੀਤੀਆਂ ਹਨ? ਕਿੰਨੀਆਂ? 10।
10 ਸੁਤੰਤਰਤਾਵਾਂ ਪ੍ਰਦਾਨ ਕੀਤੀਆਂ। ਉਸ ਤੋਂ ਅੱਗੇ ਚੱਲਦੇ ਹਾਂ ਜੀ। ਭਾਰਤੀ ਸੰਵਿਧਾਨ ਵਿੱਚ ਨਾਗਰਿਕਾਂ ਲਈ 10 ਕਰਤੱਵ ਕਿਹੜੀ ਸੋਧ ਨਾਲ 10 ਕਰਤੱਵ ਆਪਾਂ ਪਹਿਲਾਂ ਵੀ ਕਰਕੇ ਆਏ ਆ। ਇਹਨਾਂ ਨੂੰ ਫੰਡਾਮੈਂਟਲ ਡਿਊਟੀਜ਼ ਕਹਿ ਦਿੰਦੇ ਆ, ਜਿਹੜੀਆਂ ਕਿ 42 ਅਮੈਂਡਮੈਂਟ ਨਾਲ ਅਮੈਂਡ ਕੀਤੀਆਂ ਗਈਆਂ। ਆਪਾਂ ਪਹਿਲਾਂ ਕਰਕੇ ਆ ਚੁੱਕੇ ਆ, ਦੁਬਾਰੇ ਕੁਐਸਚਨ ਆ ਚੁੱਕੇ ਆਪਣੇ ਕੋਲੇ। ਭਾਰਤ ਦਾ ਸੰਵਿਧਾਨ ਬਣ ਕੇ ਤਿਆਰ ਕਦੋਂ ਹੋ ਗਿਆ? ਭਾਰਤ ਦਾ ਸੰਵਿਧਾਨ ਬਣ ਕੇ ਤਿਆਰ ਕਦੋਂ ਹੋ ਗਿਆ? 26 ਨਵੰਬਰ 1949। 26 ਨਵੰਬਰ 1949। ਭਾਰਤ ਸੰਵਿਧਾਨ ਲਾਗੂ ਕਦੋਂ ਹੋਇਆ? ਆਪਾਂ ਪਹਿਲਾਂ ਡਿਸਕਸ ਕਰ ਚੁੱਕੇ ਹਾਂ, 26 ਜਨਵਰੀ 1950। ਉਸ ਤੋਂ ਬਾਅਦ ਭਾਰਤੀ ਸੰਵਿਧਾਨ ਵਿੱਚ ਕਿੰਨੀਆਂ ਧਾਰਾਵਾਂ ਹਨ? ਧਾਰਾਵਾਂ ਦਾ ਮਤਲਬ ਹੁੰਦਾ ਜਿਹੜੇ ਆਰਟੀਕਲ ਕਾਨੂੰਨ, ਇਹ ਕਿੰਨੀਆਂ ਧਾਰਾਵਾਂ ਨੇ? 395। ਧਰਮ ਨਿਰਪੱਖ ਅਤੇ ਸਾਮਰਾਜਵਾਦ ਸ਼ਬਦਾਂ ਨੂੰ ਸੰਵਿਧਾਨ ਵਿੱਚ ਕਦੋਂ ਅੰਕਿਤ ਕੀਤਾ ਗਿਆ? ਇਹ ਸ਼ਬਦਾਂ ਨੂੰ ਅਸੀਂ 1976 ਦੇ ਵਿੱਚ ਐਡ ਕੀਤਾ। 1976 ਦੇ ਵਿੱਚ ਇੱਕ ਅਮੈਂਡਮੈਂਟ ਹੋਈ ਸੀ, ਜਿਹਨੂੰ ਆਪਾਂ ਮਿੰਨੀ ਕੌਂਸਟੀਟਿਊਸ਼ਨ ਦੇ ਨਾਮ ਨਾਲ ਵੀ ਜਾਣਦੇ ਹਾਂ। ਇਹਦਾ ਉੱਤਰ ਹੈ ਏ। ਸੰਵਿਧਾਨ ਵਿੱਚ ਕਿਹੜੀ ਸੋਧ ਰਾਹੀਂ ਸੰਪत्ति ਦੇ ਅਧਿਕਾਰ ਨੂੰ ਮੌਲਿਕ ਅਧਿਕਾਰਾਂ ਵਿੱਚੋਂ ਕੱਟ ਦਿੱਤਾ ਗਿਆ? ਸੰਪत्ति ਦਾ ਅਧਿਕਾਰ, ਜਿਹਨੂੰ ਆਪਾਂ ਰਾਈਟ ਟੂ ਪ੍ਰਾਪਰਟੀ ਬੋਲਦੇ ਹਾਂ, ਇਹ 1998 ਵਿੱਚ ਕਰ ਦਿੱਤਾ ਗਿਆ। ਸੌਰੀ, 1978 ਦੇ ਵਿੱਚ। ਕਿਹੜੀ ਅਮੈਂਡਮੈਂਟ ਨਾਲ? 44th ਅਮੈਂਡਮੈਂਟ। 44th ਅਮੈਂਡਮੈਂਟ। ਭਾਰਤੀ ਸੰਵਿਧਾਨ ਆਪਣੇ ਦੇਸ਼ ਦੇ ਨਾਗਰਿਕਾਂ ਨੂੰ ਕਿੰਨੇ ਮੌਲਿਕ ਕਰਤੱਵ ਪ੍ਰਦਾਨ ਕਰਦਾ ਹੈ? ਪਹਿਲਾਂ ਡਿਸਕਸ ਕਰ ਚੁੱਕੇ ਹਾਂ, 6। ਸਾਮਰਾਜਵਾਦ ਤੋਂ ਕੀ ਭਾਵ ਹੈ? ਸਾਮਰਾਜਵਾਦ ਤੋਂ ਕੀ ਭਾਵ ਹੈ? ਵਰਗਹੀਨ। ਵਰਗਹੀਨ ਕਿਸੇ ਖਾਸ ਵਰਗ ਦੇ ਜਿਹੜੇ ਲੋਕ। ਉਸ ਤੋਂ ਬਾਅਦ ਅੱਗੇ ਗੱਲ ਕਰੀਏ, ਸਾਡੇ ਸੰਵਿਧਾਨ ਵਿੱਚ 42 ਅਮੈਂਡਮੈਂਟ ਕਦੋਂ ਹੋਈ? ਸੋਧ ਕਦੋਂ ਹੋਈ? ਇਹ ਹੋਈ ਸੀ 1976 ਦੇ ਵਿੱਚ। 42 ਅਮੈਂਡਮੈਂਟ ਕਦੋਂ ਹੋਈ? 1976 ਦੇ ਵਿੱਚ। ਸੰਵਿਧਾਨ ਦੁਆਰਾ ਭਾਰਤ ਨੂੰ ਕਿਸ ਤਰ੍ਹਾਂ ਦਾ ਰਾਜ ਬਣਾਇਆ ਗਿਆ ਹੈ? ਗਣਰਾਜ। ਆਪਾਂ ਸੰਵਿਧਾਨ ਵਿੱਚ ਭਾਰਤ ਨੂੰ ਕੀ ਕਹਿੰਦੇ ਹਾਂ? ਗਣਰਾਜ। 26 ਜਨਵਰੀ 1950 ਨੂੰ ਭਾਰਤ ਬਣਿਆ। ਕੀ ਬਣਿਆ? ਗਣਤੰਤਰ। ਇੱਕ ਸੰਵਿਧਾਨ ਕੀ ਹੁੰਦਾ ਹੈ? ਕੀ ਹੁੰਦਾ ਹੈ? ਦਫ਼ਤਰੀ ਕਾਨੂੰਨਾਂ ਦਾ ਇੱਕ ਸਮੂਹ, ਇਹ ਤਾਂ ਹੋ ਨਹੀਂ ਸਕਦਾ। ਸਧਾਰਨ ਕਾਨੂੰਨਾਂ ਦਾ ਇੱਕ ਸਮੂਹ, ਇਹ ਵੀ ਨਹੀਂ ਹੋ ਸਕਦਾ। ਵਿੱਤੀ ਕਾਨੂੰਨਾਂ ਦਾ ਇੱਕ ਸਮੂਹ, ਇਹ ਵੀ ਨਹੀਂ ਹੋ ਸਕਦਾ। ਇਹਦਾ ਸਹੀ ਉੱਤਰ ਡੀ ਹੈ, ਜਿਹਨੂੰ ਕੀ ਬੋਲਦੇ ਆਪਾਂ? ਬੁਨਿਆਦੀ ਢਾਂਚਾ। ਸਾਡੇ ਰਾਸ਼ਟਰ ਦੇ ਦੋ ਮੁੱਖ ਟੀਚੇ ਕੀ ਹਨ? ਸਾਡੇ ਰਾਸ਼ਟਰ ਦੇ ਦੋ ਮੁੱਖ ਟੀਚੇ ਹਨ, ਸਾਮਰਾਜਵਾਦ ਤੇ ਲੋਕਤੰਤਰ। ਮੌਲਿਕ ਅਧਿਕਾਰ ਭਾਰਤੀ ਸੰਵਿਧਾਨ ਦੇ ਕਿਸ ਭਾਗ ਵਿੱਚ ਹਨ? ਕਿਸ ਭਾਗ ਵਿੱਚ ਹਨ? ਤੀਸਰੇ ਵਿੱਚ। ਇਹਦੇ ਜਿਹੜੇ ਆਰਟੀਕਲ ਨੇ ਉਹ ਹੈਗੇ ਨੇ 12 ਤੋਂ 35। 12 ਤੋਂ 35। ਨੈਕਸਟ ਕਰਦੇ ਹਾਂ ਜੀ। ਨੈਕਸਟ ਹੈਗਾ ਤੁਹਾਡਾ ਕੁਐਸਚਨ, ਡੈਮੋਕ੍ਰੇਸੀ ਦਾ ਮਤਲਬ ਕੀ ਹੈ? ਡੈਮੋਕ੍ਰੇਸੀ। ਡੈਮੋਕ੍ਰੇਸੀ ਦਾ ਮਤਲਬ ਕੀ ਹੁੰਦਾ ਹੈ? ਲੋਕਾਂ ਦੀ ਸਰਕਾਰ, ਲੋਕਾਂ ਦੁਆਰਾ ਬਣਾਈ ਗਈ ਹੋਵੇ, ਲੋਕਾਂ ਲਈ ਬਣਾਈ ਗਈ। ਇਹਦਾ ਮਤਲਬ ਕੀ ਹੁੰਦਾ ਹੈ? ਡੈਮੋਕ੍ਰੇਸੀ। ਮਤਲਬ ਕੀ ਹੈ? ਇਹਦਾ ਮਤਲਬ ਹੈਗਾ ਹੈ ਲੋਕਾਂ ਦਾ ਸ਼ਾਸਨ। ਕੀ ਮਤਲਬ ਹੈ ਇਹਦਾ? ਲੋਕਾਂ ਦਾ ਸ਼ਾਸਨ। ਲੋਕਤੰਤਰ ਸਰਕਾਰ ਲੋਕਾਂ ਦੀ, ਲੋਕਾਂ ਲਈ ਅਤੇ ਲੋਕਾਂ ਦੁਆਰਾ ਬਣਾਈ ਗਈ ਹੋਵੇ। ਇਹ ਸ਼ਬਦ ਕਿਸ ਨੇ ਕਹੇ? ਇਹ ਕਹੇ ਸੀਗੇ ਇਬਰਾਹਿਮ ਲਿੰਕਨ। ਅਪਰਤੱਖ ਲੋਕਤੰਤਰ ਵਿੱਚ ਲੋਕ ਕਿੰਨੇ
किन्ना द्वारा शासन करते हैं, किन्ना द्वारा करते हैं जी अपने शासन, अपने प्रतिनिधियों द्वारा। नेक्स्ट चौथा क्वेश्चन आ गया अपने को, लोकतंत्र की सफलता लई, लोकतंत्र की सफलता लई हेठ लिखियां विचों किहड़ियां शर्तां जरूरी हैं? उच्च कोटि का नेता, नेतावां विच उच्ची सोच, सुलझे हुए नागरिक। ठीक है जी, ये सारा इनका क्या आ जाऊगा, डी आ जाऊगा इनका उत्तर, इनका उत्तर आ जाऊगा तुहाडा। उस तो बाद लोकतंत्र का, लोकतंत्र का, लोकतंत्र का आरंभ किस राज विच मन्निया गया? लोकतंत्र का आरंभ किस राज विच मन्निया गया सी? यूनान विच। सारे देश विच लोकतंत्र का स्वरूप की है? सारे देश विच लोकतंत्र का स्वरूप की है? बी इहदा उत्तर आ गणतंत्र। एक आपां गणतंत्र देश विच रहने हां। 7 दा हैगा ਭਾਰਤ ਵਿੱਚ, ਭਾਰਤ ਵਿੱਚ ਪ੍ਰਤੱਖ ਚੋਣ ਪ੍ਰਣਾਲੀ ਦੁਆਰਾ ਕਿਸੇ ਦੀ ਚੋਣ ਨਹੀਂ ਹੁੰਦੀ। ਪ੍ਰਤੱਖ ਚੋਣ ਦੇ ਦੁਆਰਾ ਕਿਹਦੀ ਚੋਣ ਨਹੀਂ ਹੁੰਦੀ? ਇਹਦਾ ਉੱਤਰ ਹੈਗਾ ਤੁਹਾਡਾ ਸੀ, ਰਾਜ ਸਭਾ ਦੇ ਮੈਂਬਰ ਦੀ, ਇਹਦੀ ਪ੍ਰਤੱਖ ਚੋਣ ਨਹੀਂ ਹੁੰਦੀ। ਭਾਰਤੀ ਲੋਕਤੰਤਰ ਸਰੂਪ ਦੀ ਹੇਠਲੀ ਕਿਹੜੀ ਵਿਸ਼ੇਸ਼ਤਾ ਨਹੀਂ ਹੈ? ਇਹਦਾ ਬਾਲਗ ਮਤਾਧਿਕਾਰ, ਧਰਮ ਨਿਰਪੱਖਤਾ, ਸੁਤੰਤਰ ਅਤੇ ਨਿਰਪੱਖ ਨਿਆਂਪਾਲਿਕਾ। ਇਹਦਾ ਉੱਤਰ ਆਊਗਾ ਏ, नहीं है। ये ध्यान च रखना है, जिहड़ी चीज़ आउंदी नहीं है इहनूं ध्यान नाल करना आपां। ठीक, अगे 9वां हैगा भारत विच प्रतੱਖ चोण प्रणाली द्वारा किस दी चोण हुंदी है? अप्रतੱਖ चोण प्रणाली के द्वारा किहदी हुंदी आ? उपरोक्त सारे। कौन किहदी किहदी? राज सभा दे मैंबर दी, राष्ट्रपति दी ते उप राष्ट्रपति दी। अप्रतੱਖ दा मतलब हुंदा है इनडायरैक्टली, सिद्धे तौर ते। जनता की आवाज़ परमात्मा की आवाज़ हुंदी है, यह कथन किसने कहे? ये कथन किसने कहे? यह कहे रूसो ने। हेठ लिखियां विचों किहड़ा दल राष्ट्रीय पद्धर ते है? दल नहीं है। एक ही है, उत्तर आऊगा भारतीय जनता पार्टी। ये 1977 विच बनाई गई सी। भारतीय जनता पार्टी कदों बनाई गई सी? 1977। ਇਹਦਾ ਉੱਤਰ। ਹੇਠ ਲਿਖਿਆਂ ਰਾਜਨੀਤਿਕ ਦਲਾਂ ਵਿੱਚੋਂ ਸਭ ਤੋਂ ਪੁਰਾਣਾ ਰਾਸ਼ਟਰੀ ਦਲ ਕਿਹੜਾ ਹੈ? ਇਹ ਹੈਗਾ ਇੰਡੀਅਨ ਨੈਸ਼ਨਲ ਕਾਂਗਰਸ। ਇਹ 1885 ਵਿੱਚ ਬਣਾਈ ਗਈ ਸੀ। ਇੰਡੀਅਨ ਨੈਸ਼ਨਲ ਕਾਂਗਰਸ 1885 ਵਿੱਚ ਬਣਾਈ ਗਈ। ਇਹਦਾ ਜਿਹੜਾ ਸੰਸਥਾਪਕ ਸੀ ਉਹ ਹੈਗਾ ਸੀ ਏ ਓ ਹਿਊਮ। ਭਾਰਤੀ ਜਨਤਾ ਪਾਰਟੀ ਹੋਂਦ ਵਿੱਚ ਕਦੋਂ ਆਈ? ਆਪਾਂ ਪਹਿਲੇ ਡਿਸਕਸ ਕਰਕੇ ਆਏ ਆ ਰਾਜੇ, ਇਹ ਆਈ 1977 ਦੇ ਵਿੱਚ, ਜਿਹਨੂੰ ਆਪਾਂ ਬੀਜੇਪੀ ਬੋਲ ਦਿੰਦੇ ਹਾਂ, ਛੋਟੀ ਭਾਸ਼ਾ ਦੇ ਵਿੱਚ ਕੀ ਬੋਲ ਦਿੰਦੇ ਹਾਂ? ਬੀਜੇਪੀ। ਲੋਕਤੰਤਰ ਦੀਆਂ ਚੁਣੌਤੀਆਂ ਹੁੰਦੀਆਂ ਹਨ, ਇਹਦਾ ਕੀ ਹੈ? ਜਨਸਾਧਾਰਨ ਨੂੰ ਸਿੱਖਿਅਤ ਕਰਨਾ, ਸੁਤੰਤਰ ਅਤੇ ਨਿਰਪੱਖ ਚੋਣਾਂ ਕਰਾਉਣਾ। इनका की उत्तर आ जाऊगा अपना ए ਅਤੇ बी, मतलब कि इनका उत्तर आ जाऊगा सी। नेक्स्ट क्वेश्चन है लोकतंत्र की मजबूती दे लई किहड़े काम कीते जांदे हैं? लोकतंत्र की मजबूती दे लई किहड़े काम कीते जांदे हैं? इनका की आई है जनसाधारण नूं जागरूक बनाउणा, इनका हैगा तुहाडा जनसाधारण नूं जागरूक बनाउणा, नैतिक आचरण, देश भगती की भावना। इनका उत्तर आ जाऊगा उपरोक्त सारे। डेमोक्रेसी शब्द, डेमोक्रेसी शब्द किस भाषा तो लिया गया है? ये लिया गया है यूनानी।
ਉਸ ਦੇਸ਼ ਦਾ ਨਾਮ ਦੱਸੋ ਜਿੱਥੇ ਲੋਕਤੰਤਰ ਨਹੀਂ ਹੈ। ਸੀ ਇਹਦਾ ਉੱਤਰ ਹੈ ਚੀਨ ਅਤੇ ਉੱਤਰ ਕੋਰੀਆ। ਇਹਨਾਂ ਦੇ ਵਿੱਚ ਲੋਕਤੰਤਰ ਨਹੀਂ ਹੈ। ਉਸ ਤੋਂ ਬਾਅਦ ਅੱਗੇ ਚੱਲਦੇ ਹਾਂ। ਪਹਿਲਾ ਕੁਐਸਚਨ ਚੌਥੇ ਮਾਡਲ ਟੈਸਟ ਪੇਪਰ ਦਾ ਤੁਹਾਡਾ। ਭਾਰਤੀ ਸੰਵਿਧਾਨ ਅਨੁਸਾਰ ਭਾਰਤੀ ਸੰਵਿਧਾਨ ਅਨੁਸਾਰ ਸਰਕਾਰ ਦੇ ਮੁੱਖ ਅੰਗ ਕਿੰਨੇ ਹੁੰਦੇ ਹਨ? ਕਿੰਨੇ ਹੁੰਦੇ ਹਨ? 3। ਇਹਦਾ ਮਤਲਬ ਕੀ ਹੈ? ਜਿਹਨੂੰ ਆਪਾਂ ਸੰਸਦ ਬੋਲ ਦਿੰਦੇ ਹਾਂ। 3 ਅੰਗ ਹੁੰਦੇ ਨੇ, ਰਾਸ਼ਟਰਪਤੀ, ਲੋਕ ਸਭਾ ਤੇ ਰਾਜ ਸਭਾ। ਅੱਗੇ ਭਾਰਤੀ ਸੰਸਦ ਦੇ ਕਿੰਨੇ ਸਦਨ ਹਨ? ਕਿੰਨੇ ਹਨ? 2। ਕੀ ਲੋਕ ਸਭਾ ਤੇ ਰਾਜ ਸਭਾ। ਉਸ ਤੋਂ ਬਾਅਦ ਤੀਸਰਾ ਕੁਐਸਚਨ ਭਾਰਤ ਦੇ ਹੇਠਲੇ ਸਦਨ ਆਧਾਰਿਤ ਲੋਕ ਸਭਾ ਦੇ ਵੱਧ ਤੋਂ ਵੱਧ ਕਿੰਨੇ ਮੈਂਬਰ ਹੁੰਦੇ ਹਨ? ਵੱਧ ਤੋਂ ਵੱਧ ਕਿੰਨੇ ਨਹੀਂ ਹੋ ਸਕਦੇ? 545 545 ਹੁੰਦੀ ਤੇ 552 ਤੋਂ ਵੱਧ ਨਹੀਂ ਹੋ ਸਕਦੇ। ਰਾਜ ਸਭਾ ਦੇ ਵੱਧ ਤੋਂ ਵੱਧ ਕਿੰਨੇ ਮੈਂਬਰ ਹੁੰਦੇ ਹਨ? 250 ਤੋਂ ਵੱਧ ਨਹੀਂ ਹੋ ਸਕਦੇ। ਲੋਕ ਸਭਾ ਦਾ ਮੈਂਬਰ ਬਣਨ ਲਈ ਉਮਰ ਕਿੰਨੀ ਚਾਹੀਦੀ ਹੈ? ਘੱਟ ਤੋਂ ਘੱਟ 25 ਸਾਲ। ਸਾਡੇ ਦੇਸ਼ ਵਿੱਚ ਹਰ ਵਿਅਕਤੀ ਵੋਟ ਪਾ ਸਕਦਾ ਹੈ ਜੋ ਭਾਰਤ ਦਾ ਨਾਗਰਿਕ ਹੈ। ਵੋਟ ਪਾਉਣ ਦਾ ਅਧਿਕਾਰ ਕਿੰਨੀ ਉਮਰ ਤੱਕ ਹੈ? ਪਹਿਲਾਂ ਵੋਟ ਪਾਉਣ ਦਾ ਅਧਿਕਾਰ ਸਾਨੂੰ 21 ਸਾਲ ਹੁੰਦਾ ਸੀ, ਪਰੰਤੂ ਹੁਣ ਕਿੰਨਾ ਸਾਨੂੰ 18 ਸਾਲ। ਇਹ ਅਸੀਂ 61 ਅਮੈਂਡਮੈਂਟ ਕੀਤੀ ਸੀ ਜੋ ਕਿ 1999 ਵਿੱਚ ਹੋਈ ਸੀ। ਪਹਿਲਾਂ ਸਾਡਾ ਵੋਟ ਪਾਉਣ ਦਾ ਅਧਿਕਾਰ 21 ਸਾਲ ਸੀ, ਪਰੰਤੂ ਹੁਣ ਕਿੰਨਾ ਹੋ ਚੁੱਕਾ ਹੈ? 18 ਸਾਲ। ਸਾਡੇ ਦੇਸ਼ ਵਿੱਚ ਰਾਸ਼ਟਰਪਤੀ ਦੀ ਚੋਣ ਇੱਕ ਚੋਣ ਮੰਡਲੀ ਦੁਆਰਾ ਕੀਤੀ ਜਾਂਦੀ ਹੈ, ਜਿਸ ਵਿੱਚ ਕੌਣ ਕੌਣ ਭਾਗ ਲੈ ਸਕਦਾ ਹੈ? ਇਹਦਾ ਉੱਤਰ ਡੀ ਹੈ, ਜਿਹਦੇ ਵਿੱਚ ਲੋਕ ਸਭਾ ਦੇ ਮੈਂਬਰ, ਰਾਜ ਸਭਾ ਦੇ ਮੈਂਬਰ। ਕਿਹੜੇ ਮੈਂਬਰ? ਓਨਲੀ ਚੁਣੇ ਹੋਏ ਮੈਂਬਰ। ਨਾਮਜ਼ਦ ਕੀਤੇ ਵੋਟ ਨਹੀਂ ਪਾਉਂਦੇ। ਸਾਰੀਆਂ ਜਿਹੜੀਆਂ ਸਟੇਟਾਂ ਨੇ ਉਹਨਾਂ ਦੇ MLA ਦੀ ਵੋਟ ਪਾਉਂਦੇ ਨੇ। 3 ਕੇਂਦਰਤ ਸ਼ਾਸਤ ਪ੍ਰਦੇਸ਼ ਨੇ ਜਿਹੜੇ ਰਾਸ਼ਟਰਪਤੀ ਨੂੰ ਵੋਟ ਪਾਉਂਦੇ ਹਨ। 3 ਯੂਨੀਅਨ ਟੈਰੀਟਰੀ ਦੇ ਜਾਂ ਕੇਂਦਰ ਸ਼ਾਸਤ ਪ੍ਰਦੇਸ਼ ਦੇ। ਕਿਹੜੀ? ਦਿੱਲੀ, ਪੁਡੂਚੇਰੀ ਤੇ ਜੰਮੂ ਕਸ਼ਮੀਰ। ਸਾਡੇ ਦੇਸ਼ ਦੀ ਸਰਕਾਰ ਦਾ ਅਸਲੀ ਮੁਖੀਆ ਕੌਣ ਹੁੰਦਾ ਹੈ? ਪ੍ਰਧਾਨ ਮੰਤਰੀ ਸਾਡੀ ਦੇਸ਼ ਦੀ ਸਰਕਾਰ ਦਾ ਮੁਖੀਆ ਹੁੰਦਾ ਹੈ। ਕੌਣ ਰਾਜ ਸਭਾ ਨੂੰ ਪਦੇਨ ਨਹੀਂ ਭੰਗ ਕੌਣ ਕਰਦਾ ਹੈ ਜਾਂ ਪਦੇਨ ਅਧਿਕਾਰੀ ਹੁੰਦਾ ਹੈ? ਪਦੇਨ ਦਾ ਮਤਲਬ ਕਿ ਜਿਹੜਾ ਐਕਸ ਅਫਸਰ ਚੇਅਰਮੈਨ ਹੋਊਗਾ, ਜਿਹੜਾ ਰਾਜ ਸਭਾ ਨੂੰ ਚਲਾਊਗਾ, ਉਹ ਕੌਣ ਚਲਾਊਗਾ? ਉਪ ਰਾਸ਼ਟਰਪਤੀ। ਇਹਦਾ ਸੀ ਹੈ। ਸਾਡੇ ਦੇਸ਼ ਵਿੱਚ ਵਿੱਤ ਵਿਧੇਇਕ ਕੇਵਲ ਕਿੱਥੇ ਬਿੱਲ ਕਿੱਥੇ ਪੇਸ਼ ਕੀਤਾ ਜਾ ਸਕਦਾ ਹੈ? ਜਿਹੜਾ ਦੇਸ਼ ਦਾ ਕਰਨਾ ਹੈ ਉਹ ਕਿੱਥੇ ਕੀਤਾ ਜਾਊਗਾ? ਲੋਕ ਸਭਾ ਦੇ ਵਿੱਚ, ਵਿੱਤੀ ਬਿੱਲ। ਤੇ ਜਿਹੜਾ ਆਪਾਂ ਸਟੇਟ ਦੇ ਵਿੱਚ ਕਰਨਾ ਹੈ, ਕਿਸੇ ਰਾਜ 'ਚ ਕਰਨਾ ਹੈ, ਉਹ ਕੀਤਾ ਜਾਊਗਾ ਤੁਹਾਡਾ ਵਿਧਾਨ ਸਭਾ ਦੇ ਵਿੱਚ। ਇਹਦਾ ਉੱਤਰ ਇਹ ਹੈ। ਅੱਗੇ ਕੁਐਸਚਨ ਹੈਗਾ ਤੁਹਾਡਾ, ਸਾਡੇ ਦੇਸ਼ ਵਿੱਚ ਸੁਪਰੀਮ ਕੋਰਟ ਦੇ ਜੱਜਾਂ ਦੀ ਨਿਯੁਕਤੀ ਕੌਣ ਕਰਦਾ ਹੈ? ਸੁਪਰੀਮ ਕੋਰਟ ਦੇ ਜੱਜਾਂ ਦੀ ਨਿਯੁਕਤੀ ਕੌਣ ਕਰਦਾ ਹੈ ਤੇ ਕੌਣ ਜੱਜ ਦੀ ਸਲਾਹ ਨਾਲ ਕਰਦਾ ਹੈ? ਰਾਸ਼ਟਰਪਤੀ ਕਰੂਗਾ, ਪਰੰਤੂ ਸਲਾਹ ਕਿਹਦੀ ਲਊਗਾ? ਮੁੱਖ ਜੱਜ ਦੀ, ਜਿਹਨੂੰ ਆਪਾਂ CJI ਬੋਲਦੇ ਹਾਂ, ਚੀਫ ਜਸਟਿਸ ਆਫ ਇੰਡੀਆ। ਪੰਜਾਬ ਵਿੱਚ ਲੋਕ ਸਭਾ ਦੇ ਲਈ ਵੱਧ ਤੋਂ ਵੱਧ ਕਿੰਨੇ ਮੈਂਬਰ ਚੁਣੇ ਜਾ ਸਕਦੇ ਹਨ? 13। ਇਹਦਾ ਡੀ ਉੱਤਰ। ਰਾਸ਼ਟਰਪਤੀ ਨੂੰ ਉਸਦੇ ਅਹੁਦੇ ਤੋਂ ਕਿਵੇਂ ਹਟਾਇਆ ਜਾ ਸਕਦਾ ਹੈ? ਇਹਨੂੰ ਮਹਾਦੋਸ਼ ਲਾ ਕੇ ਹਟਾਇਆ ਜਾ ਸਕਦਾ ਹੈ। ਸੰਸਦ ਵਿੱਚ ਮਹਾਦੋਸ਼ ਮੁਕੱਦਮਾ ਲਾ ਕੇ ਲੋਕ ਸਭਾ ਜਾਂ ਰਾਜ ਸਭਾ ਵਿੱਚੋਂ ਕੱਢਿਆ ਜਾ ਸਕਦਾ ਹੈ। ਭਾਰਤੀ ਸੰਵਿਧਾਨ ਅਨੁਸਾਰ ਮਨੀ ਬਿੱਲ ਜਾਂ ਧਨ ਬਿੱਲ ਨੂੰ ਰਾਜ ਸਭਾ ਨੇ ਕਿੰਨੇ ਦਿਨਾਂ ਅੰਦਰ ਅੰਦਰ
ਆਪਣੀਆਂ ਸਿਫਾਰਿਸ਼ਾਂ ਸਹਿਤ ਵਾਪਸ ਭੇਜਣਾ ਹੁੰਦਾ ਹੈ 14 ਦਿਨ। ਰਾਸ਼ਟਰਪਤੀ ਕੋਲ ਵੀ 14 ਦਿਨ ਦਾ ਸਮਾਂ ਹੁੰਦਾ ਹੈ ਤੇ ਤੁਹਾਡਾ ਰਾਜ ਸਭਾ ਕੋਲ ਵੀ 14 ਦਿਨਾਂ ਦਾ ਸਮਾਂ ਹੁੰਦਾ ਹੈ। ਰਾਸ਼ਟਰਪਤੀ ਦੀ ਚੋਣ ਲਈ ਘੱਟ ਤੋਂ ਘੱਟ ਉਮਰ ਕਿੰਨੀ ਹੋਣੀ ਚਾਹੀਦੀ ਹੈ? 35 ਸਾਲ। ਜਦੋਂ ਸੰਸਦ ਦੀ ਬੈਠਕ ਨਾ ਹੋ ਰਹੀ ਹੋਵੇ ਤਦ ਭਾਰਤ ਦਾ ਰਾਸ਼ਟਰਪਤੀ ਆਦੇਸ਼ ਜਾਰੀ ਕਰ ਸਕਦਾ ਹੈ। ਇਹ ਰਾਸ਼ਟਰਪਤੀ ਦੀ ਕਿਹੜੀ ਸ਼ਕਤੀ ਹੈ? ਇਹਨੂੰ ਬੋਲਦੇ ਹਾਂ ਵਿਧਾਇਕ ਸ਼ਕਤੀ। ਰਾਜ ਸਭਾ ਦਾ ਸਭਾਪਤੀ ਕੌਣ ਹੁੰਦਾ ਹੈ? ਰਾਜ ਸਭਾ ਦਾ ਸਭਾਪਤੀ ਪ੍ਰਧਾਨ ਹੁੰਦਾ ਹੈ। ਭਾਰਤੀ ਸੰਵਿਧਾਨ ਅਨੁਸਾਰ ਯੋਜਨਾ ਆਯੋਗ ਦਾ ਚੇਅਰਪਰਸਨ ਕੌਣ ਹੁੰਦਾ ਹੈ? ਇਹ ਹੁੰਦਾ ਪ੍ਰਧਾਨ ਮੰਤਰੀ। ਸੁਪਰੀਮ ਕੋਰਟ ਦੇ ਜੱਜ ਦੀ ਤਨਖਾਹ ਕਿੰਨੀ ਹੁੰਦੀ ਹੈ? 33,000। ਸੌਰੀ ਰਾਜੇ, ਕਨਫਿਊਜ਼ਨ ਹੈ ਕੁਐਸਚਨ, ਇਹ ਉੱਤਰ ਗਲਤ ਹੈ ਇਹਦਾ। ਟਾਈਪਿੰਗ ਵੇਲੇ ਪ੍ਰੋਬਲਮ ਆ ਗਈ ਹੋਊਗੀ। ਸਾਡੇ ਦੇਸ਼ ਵਿੱਚ ਰਾਜ ਵਿਧਾਨ ਮੰਡਲ ਦੇ ਕਿੰਨੇ ਸਦਨ ਹੋ ਸਕਦੇ ਹਨ? ਪਰ ਬਹੁਤੇ ਰਾਜਾਂ ਵਿੱਚ ਇੱਕ ਸਦਨ ਹੀ ਹੁੰਦਾ ਹੈ। ਇਸ ਸਦਨ ਨੂੰ ਵਿਧਾਨ ਸਭਾ ਕਹਿੰਦੇ ਹਨ। ਵੱਧ ਤੋਂ ਵੱਧ 2 ਹੋ ਸਕਦੇ ਹਨ, ਵਿਧਾਨ ਸਭਾ ਤੇ ਵਿਧਾਨ ਪ੍ਰੀਸ਼ਦ। ਜਿਹੜੀ ਵਿਧਾਨ ਪ੍ਰੀਸ਼ਦ ਹੈ ਉਹ 6 ਸਟੇਟਾਂ ਦੇ ਵਿੱਚ ਹੈ। ਤੇਲੰਗਾਨਾ, ਆਂਧਰਾ ਪ੍ਰਦੇਸ਼, ਲਿਖ ਲਓ, ਤੇਲੰਗਾਨਾ, ਆਂਧਰਾ ਪ੍ਰਦੇਸ਼, ਕਰਨਾਟਕਾ, यूपी, महाराष्ट्र ਤੇ बिहार। ਅੱਗੇ ਤੀਜਾ ਕੁਐਸਚਨ, ਵਿਧਾਨ ਸਭਾ ਦਾ ਮੈਂਬਰ ਬਣਨ ਲਈ ਕਿੰਨੀ ਉਮਰ ਹੋਣੀ ਚਾਹੀਦੀ ਹੈ? ਘੱਟ ਤੋਂ ਘੱਟ ਵਿਧਾਨ ਸਭਾ ਦਾ ਮੈਂਬਰ ਬਣਨ ਲਈ 25 ਸਾਲ ਉਮਰ ਹੋਣੀ ਚਾਹੀਦੀ ਹੈ। ਵਿਧਾਨ ਪ੍ਰੀਸ਼ਦ ਦਾ ਮੈਂਬਰ ਬਣਨ ਲਈ ਕਿੰਨੀ ਉਮਰ ਹੋਣੀ ਚਾਹੀਦੀ ਹੈ? ਵਿਧਾਨ ਪ੍ਰੀਸ਼ਦ ਦਾ ਮੈਂਬਰ ਬਣਨ ਲਈ ਘੱਟੋ ਘੱਟ 30 ਸਾਲ ਉਮਰ ਚਾਹੀਦੀ ਹੈ। ਇਹ ਉੱਤਰ ਗਲਤ ਦਿੱਤਾ ਹੋਇਆ ਹੈ। ਉੱਚ ਅਦਾਲਤ ਦਾ ਜਿਹੜਾ ਮੁੱਖ ਜੱਜ ਹੁੰਦਾ ਉੱਚ ਅਦਾਲਤ ਦਾ, ਉਹ ਕਿੰਨੀ ਉਮਰ ਤੱਕ ਕੰਮ ਕਰ ਸਕਦਾ ਹੈ? ਉਹ ਕਰ ਸਕਦਾ ਹੈ 62 ਸਾਲ ਤੱਕ, ਜਿਵੇਂ ਕਿ ਹਾਈ ਕੋਰਟ ਦਾ ਜੱਜ। ਸੱਤਵਾਂ ਕੁਐਸਚਨ, ਪੰਜਾਬ ਵਿਧਾਨ ਸਭਾ ਦੇ ਕਿੰਨੇ ਮੈਂਬਰ ਚੁਣੇ ਜਾਂਦੇ ਹਨ? 117। ਰਾਜ ਦੇ ਮੁੱਖ ਮੰਤਰੀ ਦੀ ਨਿਯੁਕਤੀ ਕੌਣ ਕਰਦਾ ਹੈ? ਰਾਜਪਾਲ, ਮਤਲਬ ਕਿ ਗਵਰਨਰ। ਉੱਚ ਅਦਾਲਤਾਂ ਦੇ ਜੱਜਾਂ ਦੀ ਨਿਯੁਕਤੀ ਰਾਸ਼ਟਰਪਤੀ ਅਤੇ ਮੁੱਖ ਜੱਜ ਦੀ ਸਲਾਹ ਨਾਲ ਕਰਦਾ ਹੈ। 9ਵਾਂ ਕੁਐਸਚਨ, ਰਾਜਪਾਲ, ਮਤਲਬ ਕਿ ਹਾਈ ਕੋਰਟ ਦਾ ਜੱਜ ਲਾਊਗਾ ਕੌਣ? ਪ੍ਰੈਜ਼ੀਡੈਂਟ। ਸਲਾਹ ਕਿਹਦੀ ਲਊਗਾ? CJI ਦੀ। ਜਾਂ ਕਿਹਦੀ ਲਊਗਾ? ਸਟੇਟ ਦੇ ਗਵਰਨਰ ਦੀ। ਜਿਵੇਂ ਕਿ ਪੰਜਾਬ ਦਾ ਗਵਰਨਰ ਵੀ ਚੇਂਜ ਹੋ ਚੁੱਕਿਆ ਹੈ, ਇਹਦਾ ਨਾਮ ਹੈ ਬਨਵਾਰੀ ਲਾਲ ਪੁਰੋਹਿਤ। ਬਨਵਾਰੀ ਲਾਲ ਪੁਰੋਹਿਤ। ਲੋਕ ਅਦਾਲਤਾਂ ਨੂੰ ਕਿੰਨੇ ਈਸਵੀ ਤੋਂ ਕਾਨੂੰਨੀ ਮਾਨਤਾ ਮਿਲ ਗਈ ਹੈ? 1987 ਤੋਂ 1987। ਰਾਜ ਸਰਕਾਰ ਦਾ ਸੰਵਿਧਾਨਕ ਮੁਖੀਆ ਕੌਣ ਹੁੰਦਾ ਹੈ? ਸੰਵਿਧਾਨਕ ਮੁਖੀਆ ਕੌਣ ਹੁੰਦਾ ਹੈ? ਰਾਜਪਾਲ। ਰਾਜ ਦੇ ਰਾਜਨੀਤਿਕ ਕੈਦੀਆਂ ਨੂੰ ਸੁਤੰਤਰ ਕਰਨ ਦੀ ਸ਼ਕਤੀ ਕਿਸ ਕੋਲ ਹੁੰਦੀ ਹੈ? ਇਹ ਵੀ ਰਾਜਪਾਲ ਕੋਲ ਹੁੰਦੀ ਹੈ। C ਆਪਸ਼ਨ। ਹਾਈ ਕੋਰਟ ਦਾ ਜੱਜ ਬਣਨ ਵਾਲਾ ਵਿਅਕਤੀ 10 ਸਾਲ ਕਿਸੇ ਅਧੀਨ ਵਿੱਚ ਜੱਜ ਰਿਹਾ ਹੋਵੇ, ਨਹੀਂ 10 ਸਾਲ ਨਹੀਂ ਜੀ, 10 ਸਾਲ ਵਕੀਲ ਰਿਹਾ ਹੋਵੇ ਤਾਂ ਜੱਜ ਕਿੰਨਾ ਟਾਈਮ ਰਿਹਾ ਹੋਵੇ? 5 ਸਾਲ। 5 ਸਾਲ ਜੱਜ ਰਿਹਾ ਹੋਣਾ ਚਾਹੀਦਾ ਹੈ ਤਾਂ ਕੀ ਕਰ ਸਕਦਾ ਹੈ? ਸੌਰੀ ਰਾਜੇ, ਹਾਈ ਕੋਰਟ ਦਾ ਜੱਜ ਬਣਨਾ ਜੀ 10 ਸਾਲ ਹੀ ਵਕੀਲ ਹੋਵੇ, 10 ਸਾਲ ਹੀ ਕਿਤੇ ਜੱਜ ਰਿਹਾ ਹੋਵੇ। ਠੀਕ ਹੈ ਜੀ। ਪਹਿਲੀ ਲੋਕ ਅਦਾਲਤ ਦੀ ਅਕਤੂਬਰ 1985 ਤੱਕ ਮੀਟਿੰਗ
कित्थे हुई? इहदा उत्तर है दिल्ली। ਭਾਰਤੀ ਸੰਵਿਧਾਨ ਅਨੁਸਾਰ ਸੰਘ ਸੂਚੀ, ਜਿਹਨੂੰ ਆਪਾਂ ਕਨਕਰੰਟ ਲਿਸਟ ਬੋਲ ਦਿੰਦੇ ਹਾਂ, ਵਿੱਚ ਕੌਮੀ ਮਹੱਤਵ ਕਿੰਨੇ ਵਿਸ਼ੇ ਰੱਖੇ ਹੋਏ ਨੇ? ਇਹਦੇ ਚ 97 ਸਬਜੈਕਟ ਜਾਂ ਵਿਸ਼ੇ ਹਨ। ਸਮਵਰਤੀ ਸੂਚੀ ਵਿੱਚ ਕਿੰਨੇ ਵਿਸ਼ੇ ਹਨ? ਇਸ ਵਿੱਚ 52 ਵਿਸ਼ੇ ਹਨ। ਕਿਹੜੇ ਰਾਜ ਵਿੱਚ 2 ਸਦਨ ਵਿਧਾਨ ਪਾਲਿਕਾ ਹੈ? ਆਪਾਂ ਪਿੱਛੇ ਕਰਕੇ ਆਏ ਹਾਂ ਯੂਪੀ ਤੇ ਜੰਮੂ ਐਂਡ ਕਸ਼ਮੀਰ ਦੀ ਉੱਤਰ ਹੈ ਦਾ, ਜਿਹੜਾ ਤੁਹਾਨੂੰ ਮੈਂ ਕਿਹਾ ਸੀਗਾ। ਪੰਜਾਬ ਦਾ ਹਾਈ ਕੋਰਟ ਕਿੱਥੇ ਸਥਿਤ ਹੈ? ਪੰਜਾਬ ਅਤੇ ਹਰਿਆਣਾ ਕੋਰਟ ਚੰਡੀਗੜ੍ਹ ਹੈ। ਭਾਰਤ ਵਿੱਚ ਕਿਸ ਤਰ੍ਹਾਂ ਦੀ ਸ਼ਾਸਨ ਪ੍ਰਣਾਲੀ ਹੈ? ਭਾਰਤ ਵਿੱਚ ਲੋਕਤੰਤਰੀ ਸ਼ਾਸਨ ਪ੍ਰਣਾਲੀ ਹੈ। ਭਾਰਤੀ ਸਾਮਵਾਦੀ ਪਾਰਟੀ ਦਾ ਚਿੰਨ੍ਹ ਕੀ ਹੈ? ਇਹਦਾ ਹੈਗਾ ਦਾਤੀ ਤੇ ਹਥੌੜਾ। ਜਨਤਾ ਪਾਰਟੀ ਦਾ ਚੋਣ ਕੀ ਹੈ? ਰਾਜੇ ਇਹ ਵੀ ਕਨਫਿਊਜ਼ਨ ਵਾਲਾ ਕੁਐਸਚਨ ਆ, ਫੇਰ ਕਰਾਂਗੇ ਜਾਂ ਕਮੈਂਟ ਬਾਕਸ ਪਾ ਦੇਣਾ ਤੁਸੀਂ। ਚੋਣ ਮੁਹਿੰਮ ਅਸਲੀ ਮਤਦਾਨ ਵਾਲੇ ਦਿਨਾਂ ਤੋਂ ਕਿੰਨੇ ਘੰਟੇ ਪਹਿਲਾਂ ਸਮਾਪਤ ਹੋ ਜਾਂਦੀ ਹੈ? ਇਹਦਾ ਉੱਤਰ ਰਾਜੇ ਹੈ 48 ਘੰਟੇ। ਅੱਗੇ ਨੈਕਸਟ ਕੁਐਸਚਨ ਹੈਗਾ ਤੁਹਾਡਾ 5ਵਾਂ। ਹਰੇਕ ਉਮੀਦਵਾਰ ਨੇ ਕਿੰਨੇ ਦਿਨਾਂ ਦੇ ਅੰਦਰ ਅੰਦਰ ਚੋਣ ਦਾ ਖਰਚ ਕੀਤੇ ਜਾਣ ਵਾਲੇ ਧਨ ਦਾ ਵੇਰਵਾ ਚੋਣ ਆਯੋਗ ਨੂੰ ਭੇਜਣਾ ਹੁੰਦਾ ਹੈ? ਇਹਦਾ ਉੱਤਰ ਹੈਗਾ 45 ਦਿਨਾਂ ਦੇ ਵਿੱਚ। ਭਾਰਤੀ ਰਾਸ਼ਟਰੀ ਕਾਂਗਰਸ ਦਾ ਜਨਮ ਕਿਸ ਦੀ ਅਗਵਾਈ ਹੇਠ ਹੋਇਆ? ਇਹ ਆਪਾਂ ਪਹਿਲੇ ਹੀ ਕਰਕੇ ਆਏ AO ਹਿਊ। ਭਾਰਤੀ ਕਮਿਊਨਿਸਟ ਪਾਰਟੀ ਦੋ ਫਾੜ ਹੋਈ, ਕਦੋਂ ਹੋਈ? ਇਹਦਾ ਉੱਤਰ ਹੈਗਾ 1964। ਭਾਰਤੀ ਜਨਤਾ ਪਾਰਟੀ ਦਾ ਰਾਜਨੀਤਿਕ ਦਲ ਕਦੋਂ ਹੋਂਦ ਵਿੱਚ ਆਇਆ? ਇਹਦਾ ਉੱਤਰ ਹੈ ਅਪ੍ਰੈਲ 1980। ਹੇਠ ਲਿਖਿਆਂ ਵਿੱਚੋਂ ਕਿਹੜਾ ਬਿੰਦੂ ਭਾਰਤੀ ਰਾਸ਼ਟਰੀ ਕਾਂਗਰਸ ਦੀ ਵਿਚਾਰਧਾਰਾ ਦਾ ਨਹੀਂ ਹੈ? ਇਹਦਾ ਉੱਤਰ ਹੈ ਧਾਰਾ 370 ਦੀ ਸਮਾਪਤੀ। ਲੋਕ ਮਤ ਦਾ ਨਿਰਮਾਣ ਵਿੱਚ ਕੀ ਰੁਕਾਵਟ ਹੈ? ਇਹਦਾ ਹੈ ਭ੍ਰਿਸ਼ਟ ਰਾਜਨੀਤੀ, ਪੱਖਪਾਤੀ ਅਖਬਾਰਾਂ, ਅਨਪੜ੍ਹਤਾ। ਉਪਰੋਕਤ ਸਾਰੇ। ਭਾਰਤ ਵਿੱਚ ਕਿਹੜੀ ਦਲ ਪਾਰਟੀ ਹੈ? ਭਾਰਤ ਵਿੱਚ ਬਹੁਦਲੀ ਪਾਰਟੀ ਹੈ, ਦਲ ਪਾਰਟੀ ਹੈ। ਇਹਨਾਂ ਵਿੱਚੋਂ ਰਾਸ਼ਟਰੀ ਦਲ ਕਿਹੜਾ ਹੈ? ਇਹਦਾ ਉੱਤਰ D ਆਉਣਾ ਹੈ ਭਾਰਤੀ ਕਮਿਊਨਿਸਟ ਪਾਰਟੀ, ਭਾਰਤੀ ਜਨਤਾ ਪਾਰਟੀ, ਇੰਟਰਨੈਸ਼ਨਲ ਕਾਂਗਰਸ। ਭਾਰਤ ਦੀ ਚੋਣ ਕਿਸ ਚੋਣ ਵਿਧੀ ਦੁਆਰਾ ਕੀਤੀ ਜਾਂਦੀ ਹੈ? ਇਹ ਹੈ ਅਪਰਤੱਖ। ਚਲੋ ਠੀਕ ਹੈ ਦੋਸਤੋ, ਕੱਲ ਮਿਲਦੇ ਹਾਂ ਹੋਰ ਕੁਝ ਕੁਐਸਚਨ ਲੈ ਕੇ।